Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 30 ਮਾਰਚ 2019 ਨੂੰ ਕਾਰ ਸੇਵਾ ਤਰਨਤਾਰਨ ਵਾਲੇ ਜਿਹੜੇ ਬਾਬਾ ਜਗਤਾਰ ਸਿੰਘ ਨੇ, ਉਹਨਾਂ ਦੇ ਜਥੇ ਵੱਲੋਂ ਦਰਬਾਰ ਸਾਹਿਬ ਤਰਨਤਾਰਨ ਦੇ ਇੱਕ ਇਤਿਹਾਸਿਕ ਡਿਉੜੀ, ਜਿਹੜੀ ਪੁਰਾਤਨ ਡਿਉੜੀ ਆ, ਉਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਢਾਉਣ ਦੀ ਕੋਸ਼ਿਸ਼ ਜਿਹੜੀ ਆ ਅੱਧੀ ਰਾਤ ਦੇ ਹਨੇਰੇ ਵਿੱਚ ਕੀਤੀ ਗਈ। ਸਿੱਖ ਸੰਗਤ ਦੇ ਵਿਰੋਧ ਕਾਰਨ ਇਹ ਜਿਹੜੀ ਡਿਉੜੀ ਆ ਉਹ ਢਾਉਣ ਤੋਂ ਉੱਥੇ ਹੀ ਰੁਕ ਗਈ ਅਤੇ ਉਸ ਤੋਂ ਬਾਅਦ ਅਗਲੇ ਦਿਨ 31 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਅਤੇ 1 ਅਪ੍ਰੈਲ ਨੂੰ ਸਰਦਾਰ ਕਰਮ ਸਿੰਘ ਭੋਈਆ, ਜਿਹੜੇ ਮੇਰੇ ਨਾਲ ਇਸ ਵੇਲੇ ਬੈਠੇ ਹੋਏ ਆ, ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਤਰਨਤਾਰਨ ਤੋਂ ਪ੍ਰਧਾਨ ਨੇ, ਇਹਨਾਂ ਨੇ ਉੱਥੇ ਮੋਰਚਾ ਲਾ ਦਿੱਤਾ। ਇਹ ਮੋਰਚਾ ਤਕਰੀਬਨ 70 ਦਿਨ ਚੱਲਿਆ ਅਤੇ ਉੱਥੋਂ ਜਿਹੜੀ ਇਸ ਵੇਲੇ ਜਿਹੜੀ ਡਿਉੜੀ ਦੀ ਹਾਲਤ ਆ ਉਹ ਢੱਠੇ ਰੂਪ ਦੇ ਵਿੱਚ ਜਿਉਂ ਦੀ ਤਿਉਂ ਪਿਛਲੇ 2 ਸਾਲਾਂ ਤੋਂ ਖੜੀ ਹੋਈ ਆ। ਇਹ ਸਾਰੀ ਗੱਲਬਾਤ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਕੁਝ ਵਾਪਰਿਆ, ਇਸ ਗੱਲਬਾਤ ਦਾ ਉੱਤਰ ਲੈਣ ਲਈ ਸਰਦਾਰ ਕਰਮ ਸਿੰਘ ਭੋਈਆ ਨੂੰ ਮੈਂ Sikh24.com ਵੱਲੋਂ ਸਵਾਗਤ ਦਿੰਦਾ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਥੋਂ ਗੱਲ ਸ਼ੁਰੂ ਕਰੀਏ ਕਿ ਮੈਂ ਤੁਹਾਡੇ ਲਫ਼ਜ਼ਾਂ ਜਾਣਨਾ ਚਾਹੁੰਦਾ ਕਿ ਉਸ ਵੇਲੇ ਕੀ ਹੋਇਆ। ਇਹ 30 ਤਰੀਕ ਦੇ ਵਿੱਚ ਇਹਨਾਂ ਨੇ ਰਾਤ ਦੇ 11-12 ਵਜੇ ਬਾਬਾ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ ਤੇ ਪੱਟੀ ਦਾ ਜਥੇਦਾਰ ਜਿਹੜਾ ਭਾਟੀਆ ਸਾਹਿਬ ਆ, ਇਹਨਾਂ ਨੇ ਰਲ ਕੇ ਕੁਝ ਜਿਹੜੇ ਆਪਣੇ ਬੰਦੇ ਲਿਆਂਦੇ ਸੀ, ਗੁੰਡੇ ਬਿਲਕੁਲ ਗੁੰਡੇ ਬੰਦੇ ਲਿਆਂਦੇ ਸੀ, ਉਹਨਾਂ ਨੂੰ ਇਹਨਾਂ ਨੇ ਦੱਸਿਆ ਨਹੀਂ ਵੀ ਅਸੀਂ ਕੀ ਕਰਨਾ ਵਾ। ਉਹਨਾਂ ਨੂੰ ਲਿਆ ਕੇ ਦਰਸ਼ਨੀ ਡੇੜੀ ਦੇ ਉੱਤੇ ਚੜਾ ਕੇ ਤੇ ਦਰਸ਼ਨੀ ਡੇੜੀ ਦਾ ਇਹਨਾਂ ਨੇ ਜਿਹੜਾ ਰਾਤ ਦੇ ਹਨੇਰੇ ਵਿੱਚ ਇਹਨਾਂ ਨੇ ਕਤਲ ਕੀਤਾ ਵਾ। ਤੇ ਉਹ ਅਸੀਂ ਉਦਣ ਹੀ ਸਿੱਖ ਸੰਗਤਾਂ ਉਹਨੇ ਇਹਨਾਂ ਨੂੰ ਪੈ ਗਈਆਂ ਤੇ ਇਹਨਾਂ ਨੂੰ ਉੱਥੋਂ ਭੱਜਣਾ ਪਿਆ। ਸੋ ਇਹਨਾਂ ਨੂੰ ਫਿਰ 1 ਤਰੀਕ ਨੂੰ ਜਾ ਕੇ ਅਸੀਂ ਉੱਥੇ ਪੱਕਾ ਮੋਰਚਾ ਉੱਥੇ ਤਰਨਤਾਰਨ ਦਰਸ਼ਨੀ ਡੇੜੀ ਦੇ ਉੱਥੇ ਲਾਤਾ ਵਾ। ਉੱਥੇ ਤਕਰੀਬਨ ਅਸੀਂ 70 ਦਿਨ ਉੱਥੇ ਇਸ ਮੋਰਚੇ ਦੇ ਸੰਬੰਧ ਦੇ ਵਿੱਚ ਬੈਠੇ ਰਹੇ ਹਾਂ। ਇਹਨਾਂ ਨੇ ਸਾਡੇ ਨਾਲ ਲਿਖਤੀ ਵੀ ਇਹ ਗੱਲ ਕੀਤੀ, ਸ਼੍ਰੋਮਣੀ ਕਮੇਟੀ ਨੇ, ਵੀ ਅਸੀਂ ਕੋਈ ਵੀ ਇਤਿਹਾਸਕ ਜਿਹੜੀ ਪੁਰਾਤਨ ਚੀਜ਼ ਆ ਉਹਨੂੰ ਅਸੀਂ ਪੁੱਛੇ ਤੋਂ ਬਗੈਰ, ਸੰਗਤ ਦੀ ਸਲਾਹ ਲੈ ਤੋਂ ਬਗੈਰ ਕੋਈ ਵੀ ਤੋੜਾਂਗੇ ਨਹੀਂ। ਇੱਥੋਂ ਤੱਕ ਇਹਨਾਂ ਕਹਿ ਦਿੱਤਾ ਕਿ ਪੁਰਾਤਨ ਅਸੀਂ ਕੋਈ ਦਰਖਤ ਵੀ ਆ ਜਿਹੜਾ ਉਹ ਵੀ ਨਹੀਂ ਪੁੱਟਾਂਗੇ। ਪਰ ਅੱਜ ਇਸ ਗੱਲ ਨੂੰ 2 ਸਾਲ ਹੋਣ ਵਾਲੇ ਆ। ਇਹਨਾਂ ਨੇ ਪਹਿਲੋਂ ਉਦੋਂ ਸਾਨੂੰ ਇਹ ਵੀ ਗੱਲ ਕਹੀ ਵੀ ਇਹ ਦਰਸ਼ਨੀ ਜਿਹੜੀ ਅਸੀਂ ਉਸੇ ਤਰੀਕੇ ਦੇ ਨਾਲ ਇਹਨੂੰ ਬਣਾਵਾਂਗੇ ਜਿਸ ਤਰ੍ਹਾਂ ਪੁਰਾਣੀਆਂ ਇਮਾਰਤਾਂ ਸੈਂਕੜੇ ਸਾਲ ਆਪਣੇ ਬਣਾ ਕੇ ਰੱਖੀਆਂ, ਹੋਰ ਧਰਮਾਂ ਨੇ ਵੀ ਬਣਾ ਕੇ ਰੱਖੀਆਂ ਜੀ। ਅੱਜ ਹੁਣ ਉਹਦਾ ਸਭ ਤੋਂ ਜਿਹੜੀ ਬੁਰੀ ਗੱਲ ਆ, ਸੰਗਤਾਂ ਆਉਂਦੀਆਂ ਵਾ ਗੁਰੂ ਦਰਬਾਰ ਸਾਹਿਬ ਦੇ ਸਾਹਮਣੇ ਦਰਸ਼ਨੀ ਜਿਹੜੀ ਐ ਮੂੰਹ ਅੱਡੀ ਖੜੀ ਆ ਤੇ ਉਹਦੇ ਵਿੱਚੋਂ ਕੰਕਰੀਟ ਤੇ ਹੋਰ ਜਿਹੜੀ ਮਿੱਟੀ ਘੱਟਾ ਵਾ ਉਹ ਸੰਗਤਾਂ ਤੇ ਪੈਂਦਾ ਵਾ। ਤੇ ਸ਼੍ਰੋਮਣੀ ਕਮੇਟੀ ਨੇ ਤੇ ਕੋਈ ਇਹ ਉਪਰਾਲਾ ਨਹੀਂ ਕੀਤਾ ਵੀ ਇਹਨੂੰ ਬਣਾਇਆ ਜਾਵੇ, ਨਾ ਇਹਨਾਂ ਮੁੜ ਕੇ ਬਾਬਿਆਂ ਵੱਲੋਂ ਕੋਈ ਗੱਲ ਕੀਤੀ ਗਈ ਆ। ਇਹਦਾ ਕੇਸ ਜਿਹੜਾ ਇਹਨਾਂ ਸ਼੍ਰੋਮਣੀ ਕਮੇਟੀ ਦੇ ਅਸੀਂ ਵਕੀਲ ਜਿਹੜਾ ਪਾਰਟੀ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਰੰਜਨ ਲਖਨਪਾਲ ਜਿਹੜਾ ਉਹ ਕੀਤਾ ਗਿਆ ਸੀ, ਉਹ ਵਕੀਲ ਨੇ ਜਿਹੜਾ ਸਾਰਾ ਇਹਦਾ ਚੁੱਕਿਆ ਸੀ ਕੰਮ ਤੇ ਉਹ ਆਪਣਾ ਸਰਕਾਰ ਨੂੰ ਨੋਟਿਸ ਕੱਢਿਆ ਵਾ ਕਿ ਇਹਦਾ ਜਿਹੜਾ ਪੂਰਾ ਕਰਕੇ ਇਹ ਸਾਨੂੰ ਦੱਸੋ ਵੀ ਇਹ ਕਿਉਂ ਇਹ ਕੰਮ ਕੀਤਾ ਗਿਆ। ਮੈਂ ਉਸ ਤਹਿ ਤੱਕ ਆਉਂਦਾ ਵਾਂ ਜਿਹੜੀ ਵਕੀਲ ਸਾਹਿਬ ਹੁਣਾਂ ਨੇ ਇਹ ਕੰਮ ਤੋਰਿਆ। ਇਸ ਗੱਲ ਦੇ ਵਿੱਚ ਜਵਾਬ ਦੇ ਬਣਾਉਣ ਲਈ ਜਿਹੜਾ ਵਾ ਉਹ ਕਾਨੂੰਨੀ ਚਾਰਾਜੋਈ ਵੀ ਕੀਤੀ ਜਾ ਰਹੀ ਹੈ ਹਾਈ ਕੋਰਟ ਦੇ ਪੱਧਰ ਤੇ ਜੀ। ਸਾਨੂੰ ਇਹ ਦੱਸੋ ਕਿ ਉਹਨਾਂ ਦਿਨਾਂ 'ਚ ਕੀ ਵਾਪਰਿਆ। ਆਪਾਂ ਗੱਲ ਸ਼ੁਰੂ ਤੋਂ ਕਰਨੀ ਚਾਹੁੰਦੇ ਹਾਂ। 1 ਅਪ੍ਰੈਲ 2019 ਨੂੰ ਤੁਸੀਂ ਉੱਥੇ ਬਹਿ ਗਏ ਜੀ, 70 ਦਿਨਾਂ ਲਈ ਬੈਠੇ ਰਹੇ ਹੋ। ਉਸ 70 ਦਿਨਾਂ 'ਚ ਕੀ ਕੁਝ ਵਾਪਰਿਆ, ਉਹ ਜਿਹੜੀਆਂ ਗੱਲਾਂ ਅਸੀਂ ਸੰਗਤ ਦੇ ਸਾਹਮਣੇ ਰੱਖਣੀਆਂ ਚਾਹੁੰਦੇ। ਇਹ 70 ਦਿਨਾਂ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ 2-3 ਵਾਰ ਇਹਨਾਂ ਨੇ ਸਾਨੂੰ ਸ਼੍ਰੋਮਣੀ ਕਮੇਟੀ ਦੇ ਬੰਦੇ ਪਵਾਏ ਆ ਤੇ ਸਾਨੂੰ ਫਿਰ ਇਹਨਾਂ 2-3 ਵਾਰ ਬੀਬੀਆਂ ਦੇ ਜਥੇ ਘਲਾ ਕੇ ਸਾਨੂੰ ਬਹੁਤ ਗਾਲਾਂ ਕਢਾਈਆਂ। ਉੱਥੇ ਬਹੁਤ ਮੰਦੀ ਸ਼ਬਦਾਵਲੀ ਉਹ ਸਾਨੂੰ ਬੀਬੀਆਂ ਵਰਤਦੀਆਂ ਰਹੀਆਂ। ਇੱਥੋਂ ਤੱਕ ਕਿ ਕੁੱਤਿਆਂ ਤੱਕ ਇਹ ਸਾਨੂੰ ਕਹਿੰਦੀਆਂ ਰਹੀਆਂ। ਇਹ ਸਾਨੂੰ ਜਦੋਂ ਉੱਥੋਂ ਬੀਬੀਆਂ ਇਹਨਾਂ ਨੇ ਪਵਾਈਆਂ ਵਾ ਤੇ ਇਹਨਾਂ ਦਾ ਇਹੋ ਮਤਲਬ ਸੀ ਵੀ ਇਹ ਬੀਬੀਆਂ ਦੇ ਗਲ ਪੈਣਗੇ ਜਾਂ ਇਹ ਬੀਬੀਆਂ ਨੂੰ ਇਹਨਾਂ ਦਾ ਕਿਸੇ ਤਰੀਕੇ ਨਾਲ ਹੱਥ ਵੀ ਲੱਗ ਜੇ
ਤੇ ਸਾਡੇ ਤੇ ਇਹਨਾਂ ਪਰਚਾ ਕਰਾਉਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਇਹਨਾਂ ਕੀਤੀ ਆ ਤੇ ਬੰਦੇ ਵੀ ਇਹਨਾਂ 2-4 ਵਾਰ ਸਾਨੂੰ ਪਵਾਏ, ਪਰ ਫਿਰ ਅਸੀਂ ਥੋੜੇ ਜਿਹਾ ਸਖਤੀ ਦੇ ਨਾਲ ਹੀ ਰਹਿ ਕਰਕੇ ਉੱਥੇ ਬੈਠੇ ਰਹੇ ਹਾਂ, ਨਹੀਂ ਤੇ ਸਾਡੇ ਨਾਲ ਇਹਨਾਂ ਨੇ ਕੋਈ ਕਸਰ ਨਹੀਂ ਕੀ ਛੱਡੀ। ਤੇ ਸਾਨੂੰ ਨਿੱਤ ਦਾ ਹੀ ਇਹਨਾਂ ਨੇ ਬਣਾਇਆ ਸੀ, ਨਿੱਤ ਹੀ ਸਾਨੂੰ ਇਹਨਾਂ ਨੇ ਗਾਲਾਂ ਕਢਾਉਣੀਆਂ, ਕਦੀ ਇਧਰੋਂ 4 ਬੀਬੀਆਂ ਆ ਗਈਆਂ, ਕਦੀ ਇਧਰੋਂ 4-5 ਬੰਦੇ ਆ ਗਏ, ਪਰ ਕਰਮਾਂ ਦੇ ਵਿੱਚ ਸਾਨੂੰ ਇਹਨਾਂ ਨੇ ਮੱਥਾ ਟੇਕਣ ਜਾਣ ਨਹੀਂ ਦਿੱਤਾ। ਇੱਥੋਂ ਤੱਕ ਕਿ ਅਸੀਂ ਲੰਗਰ ਜਿਹੜਾ ਸਾਡਾ ਸੀ, ਸਾਡੇ ਪਿੰਡੋਂ ਇੱਥੋਂ ਬਣ ਕੇ ਜਾਂਦਾ ਸੀ 20-25 ਬੰਦਿਆਂ ਦਾ, ਇੱਥੋਂ ਘਰੋਂ ਸਾਡੇੋਂ ਉਹੋ ਹੀ ਲੰਗਰ ਅਸੀਂ ਛਕਦੇ ਹਾਂ। ਇਹਨਾਂ ਨੇ ਇਹ ਵੀ ਪ੍ਰੋਗਰਾਮ ਬਣਾਇਆ ਵੀ ਇਹ ਪ੍ਰਕਰਮਾ ਜਦੋਂ ਕਰਨਗੇ ਉਦੋਂ ਇਹਨੂੰ ਇਥੋਂ ਚੁੱਕਿਆ ਜਾਵੇ। ਉਸ ਗੱਲ ਦਾ ਵੀ ਸਾਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਜਿਹੜੀ ਨੀਤੀ ਆ ਉਹ ਜ਼ਿਆਦਾ ਖਰਾਬ ਹੋ ਗਈ ਆ। ਉਸ ਗੱਲ ਤੋਂ ਵੀ ਅਸੀਂ ਚਲੋ ਉਸ ਮਹਾਰਾਜ ਦੀਆਂ ਪ੍ਰਕਰਮਾਂ ਵੀ ਨਹੀਂ ਕੀਤੀਆਂ, ਨਾ ਮੱਥਾ ਹੀ ਟੇਕਣ ਗਏ ਆ, ਉੱਥੇ ਆ ਕੇ ਨਿਸ਼ਾਨ ਸਾਹਿਬ ਦੇ ਥੱਲੇ ਜਾ ਕੇ ਮੱਥਾ ਟੇਕ ਲੈਂਦੇ ਰਹੇ, ਪਰ ਅਸੀਂ ਪ੍ਰਕਰਮਾਂ ਪੂਰੀਆਂ ਨਹੀਂ ਕੀਤੀਆਂ। ਕਿਉਂ? ਇਹਨਾਂ ਦੀ ਜਿਹੜੀ ਪੂਰੀ ਪਲਾਨ ਸੀ ਸਾਨੂੰ ਚੁੱਕ ਲਿਆ ਜਾਵੇ ਤੇ ਚੁੱਕ ਕੇ ਇਹਨਾਂ ਨੂੰ, ਸਾਨੂੰ ਕੀ ਪਤਾ ਇਹਨਾਂ ਨੇ ਕਿੱਥੇ ਲੈ ਜਾਣਾ ਸੀ। ਇਹਨਾਂ ਦੇ ਬੰਦੇ ਜਦੋਂ ਵੀ ਪੈਂਦੇ ਸੀ 25-30 ਬੰਦੇ ਸਾਨੂੰ ਪੈਂਦੇ ਸੀ। ਇਸ ਕਰਕੇ ਇਹਨਾਂ ਦਾ ਬਹੁਤ ਜਿਹੜਾ ਵਰਤਾਰਾ ਸਾਡੇ ਨਾਲ ਮਾੜਾ ਰਿਹਾ। ਸਾਨੂੰ ਰੋਟੀ ਤੱਕ ਨਹੀਂ ਇਹਨਾਂ ਦਿੱਤੀ, ਚਾਹ ਤੱਕ ਨਹੀਂ ਦਿੱਤੀ। ਉੱਥੇ ਮੇਰੀਆਂ ਸਿਲੰਡਰ ਤੇ ਮੈਂ ਆਪ ਉੱਥੇ ਚਾਹ ਬਣਾਉਂਦਾ ਰਿਹਾ, ਉੱਥੇ ਮੇਰੀਆਂ ਫੋਟੋਆਂ ਵੀ ਹੈਗੀਆਂ ਵਾ, ਮੈਂ ਆਪ ਉੱਥੇ ਚਾਹ ਪਾਣੀ ਬਣਾਉਂਦੇ ਰਹੇ। ਪ੍ਰਸ਼ਾਦਾ ਸਾਡਾ ਘਰੋਂ ਜਾਂਦਾ ਰਿਹਾ ਜੀ। ਮਤਲਬ ਜਿਵੇਂ ਕੋਈ ਦੁਸ਼ਮਣ ਆਣ ਬੈਠਾ ਹੋਵੇ ਜੀ, ਜਿਵੇਂ ਕੋਈ ਦੁਸ਼ਮਣ ਬੈਠਾ ਹੋਵੇ। ਕੋਈ ਸਾਡੇ ਨਾਲ ਇਹ ਨਹੀਂ ਵੀ ਇਹ ਗੁਰੂ ਘਰ ਦੀ ਦਰਸ਼ਨੀ ਡੇੜੀ ਨੂੰ ਬਚਾਉਣ ਵਾਸਤੇ ਬੈਠੇ ਆ, ਇਹ ਸਾਨੂੰ ਦੁਸ਼ਮਣਾਂ ਵਾਂਗ ਇਹ ਜਲੀਲ ਕੀਤਾ ਗਿਆ। ਸਰਦਾਰ ਕਰਮ ਸਿੰਘ ਭੋਈਆਂ ਸਾਰੀ ਗੱਲਬਾਤ ਦੱਸ ਰਿਹਾ ਕਿ ਇੱਕ ਇਹਨਾਂ ਸ਼ੁਰੂ 'ਚ ਵੀ ਗੱਲ ਦੱਸੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲਿਖਤੀ ਭਰੋਸਾ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਜਿਵੇਂ ਅੱਗੇ ਵਿਸਥਾਰ ਨਾਲ ਦੱਸਿਆ ਕਿ ਪਾਰਟੀ ਦੇ ਜਿਹੜੇ ਹੁੰਦੇ ਚੀਫ ਨੇ, ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਕਾਨੂੰਨੀ ਚਾਰਾਜੋਈ ਲਈ ਵਕੀਲ ਰੰਜਨ ਲਖਨਪਾਲ ਦੇ ਰਾਹੀਂ ਇੱਕ ਕੋਈ ਪਟੀਸ਼ਨ ਪਾਈ ਹੋਈ ਆ, ਹਾਈ ਕੋਰਟ 'ਚ ਪਟੀਸ਼ਨ ਪਟੀਸ਼ਨ ਪਾਈ ਗਈ ਆ ਕਿ ਉਹਦੇ ਵਿੱਚ ਜਵਾਬ ਦੇ ਬਣਾਇਆ ਜਾਵੇ ਸਰਕਾਰ ਨੂੰ ਵੀ ਤੇ ਨਾਲ ਦੀ ਨਾਲ ਐਸਸੀਪੀਸੀ ਨੂੰ ਵੀ ਹੈ ਜੀ। ਤੇ ਉਹ ਚਾਹੇ ਕਾਨੂੰਨੀ ਜਿਹੜੀਆਂ ਇੱਥੇ ਆਪਾਂ ਜਾਣਦੇ ਆ ਕਿ ਭਾਰਤੀ ਜੁਡੀਸ਼ਰੀ ਦੀ ਜਿਹੜੀ ਸਪੀਡ ਆ ਉਹ ਤਾਂ ਸੁਸਰੀ ਵਰਗੀ ਆ, ਬੜਾ ਸਮਾਂ ਵੀ ਲੱਗ ਜਾਂਦਾ। ਹਾਂਜੀ, ਜੇ ਸਿੱਖਾਂ ਦੀ ਗੱਲ ਉਲਟ ਹੋਵੇ ਤਾਂ ਝੱਟ ਚੱਲ ਪੈਂਦੀ ਆ, ਫਿਰ ਝੱਟ ਚੱਲ ਪੈਂਦੀ ਆ। ਜੇ ਸਿੱਖਾਂ ਦਾ ਇਸ਼ੂ ਹੋਵੇ ਤੇ ਕਿਸੇ ਵੇਲੇ ਬੜਾ ਸਮਾਂ ਵੀ ਲੱਗ ਜਾਂਦਾ। ਅੱਛਾ, ਹੁਣ ਆਪਾਂ ਚਾਹੁੰਦੇ ਕੀ ਆ? ਸੰਗਤ ਦੇ ਰੂਪ ਦੇ ਵਿੱਚ ਤੁਸੀਂ ਉੱਥੇ ਉਸ ਮੋਰਚੇ ਨੂੰ ਲੀਡ ਵੀ ਕੀਤਾ, ਤੁਸੀਂ ਦਰਸ਼ਨੀ ਡਿਊਟੀ ਤੁਸੀਂ 17 ਦਿਨਾਂ 'ਚ ਬੜਾ ਕੁਝ ਫੇਸ ਵੀ ਕੀਤਾ ਜੀ, ਲੋਕਾਂ ਦੀਆਂ ਭਾਵਨਾਵਾਂ ਵੀ ਸੁਣੀਆਂ ਹੋਣਗੀਆਂ। ਆਪਾਂ ਉਸ ਗੱਲ ਵਾਲੇ ਪਾਸੇ ਆਈਏ ਕਿ ਉੱਥੇ ਰਹਿ ਕੇ ਜੋ ਬੰਦਾ ਮਹਿਸੂਸ ਕਰਦਾ ਕਿ ਜਿਹੜੀ ਦਰਸ਼ਨੀ ਡਿਊਟੀ ਆ ਉਸ ਦਾ ਕਿਹੜਾ ਸਰੂਪ ਤੁਸੀਂ ਬਹਾਲ ਰੂਪ 'ਚ ਵੇਖਣਾ ਚਾਹੁੰਦੇ? ਵੇਖੋ, ਅਸੀਂ ਜਿਹੜਾ ਸਾਡੇ ਮਨ ਦੇ ਵਿੱਚ ਜਿਸ ਤਰ੍ਹਾਂ ਇਹ ਸਾਡੀਆਂ ਦਰਸ਼ਨੀ ਡਿਊਟੀ ਆ, ਇਹ ਸਾਡੀਆਂ ਜਿਸ ਤਰ੍ਹਾਂ ਸਾਰੇ ਹੀ ਪਵਿੱਤਰ ਸਥਾਨ ਹੋਰ ਵੀ ਇਹਨਾਂ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਹਨਾਂ ਕਾਰ ਸੇਵਾ ਵਾਲਿਆਂ ਬਾਬਿਆਂ ਨਾਲ ਰਲ ਕੇ ਬਹੁਤ ਢਾਏ ਆ। ਜਿਹੜੀ ਸਾਡੀ ਨਵੀਂ ਪੀੜ੍ਹੀ ਜਿਹੜੀ ਆ ਉਹ ਵੇਖੂਗੀ ਜਿੱਥੇ ਉੱਥੇ ਅਨੰਦਪੁਰ ਸਾਹਿਬ ਜਿੱਥੇ ਮਾਤਾ ਜੀ ਨੂੰ ਰੱਖਿਆ ਗਿਆ ਠੰਡਾ ਬੁਰਜ। ਅੱਜ ਜੇ ਠੰਡੇ ਬੁਰਜ ਦੀ ਗੱਲ ਆਪਾਂ ਕਰ ਲਈਏ ਤੇ ਉਹ ਠੰਡਾ ਬੁਰਜ ਆਪਣੀ ਜਿਹੜੀ ਨਵੀਂ ਪੀੜ੍ਹੀ ਉਹ ਵੇਖੂਗੀ ਵੀ ਐਡੀ ਵਧੀਆ ਕੋਠੀ ਦੇ ਵਿੱਚ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ। ਇਹ ਚੀਜ਼ਾਂ ਜਿਹੜੀਆਂ ਦੂਜਾ ਜਿੱਥੇ ਵਜੀਦੇ ਨੂੰ ਆਪਣੇ ਸਾਹਿਬਜ਼ਾਦਿਆਂ ਨੇ ਉਹ ਛੋਟੀ ਬਾਰੀ ਥਾਣੀ ਛਤਰ ਵਿਖਾ ਕੇ ਲੰਘੇ ਸੀ, ਉਹ ਵੀ ਇਹਨਾਂ ਨੇ ਢਾਹ ਕੇ ਉਹਨੂੰ ਖਤਮ ਕਰ ਦਿੱਤੀ ਉਹ ਗੱਲ। ਹੋਰ ਵੀ ਕਈ ਸਾਡੇ ਗੋਂਦਵਾਲ ਸਾਹਿਬ ਗੁਰਦੁਆਰਾ ਬਾਬਾ ਮੋਹਨ ਜੀ ਦਾ ਚਬਾਰਾ ਸਾਹਿਬ, ਉਹ ਵੀ ਇਹਨਾਂ ਢਾਹ ਕੇ ਉੱਥੇ ਵੱਡਾ ਸਾਰਾ ਹਾਲ ਬਣਾਤਾ। ਤੇ ਬਾਬਾ ਮੋਹਨ ਜੀ ਏਡੇ ਵੱਡੇ ਮਹਾਂਪੁਰਸ਼ ਹੋਏ ਆ, ਉਹਦੇ ਕੋਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਾਬਾ ਮੋਹਨ ਜੀ ਕੋਲੋਂ ਸੈਂਚੀਆਂ ਇੱਥੇ ਆ ਕੇ ਲੈ ਕੇ ਗਏ ਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕੀਤਾ। ਪਰ ਉਹ ਜਿਹੜੀਆਂ ਇਹਨਾਂ ਨੇ ਪੁਰਾਤਨ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਢਾਈ ਜਾਂਦੇ ਆ। ਚੋਲਾ ਸਾਹਿਬ ਵੀ ਇਮਾਰਤ, ਚੋਲਾ ਸਾਹਿਬ ਦੇ ਵਿੱਚ ਵੀ ਇਹਨਾਂ ਇਸੇ ਤਰੀਕੇ ਦੇ ਨਾਲ ਇਹ ਕੀਤਾ ਵਾ। ਉੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਪਏ ਆ, ਅੱਜ ਵੀ ਉਹ ਸਾਰੇ ਉੱਥੇ ਉਹ ਖੂਹ ਸੀ, ਖੂਹ ਦੇ ਅਸੀਂ ਫਿਰ ਜਾ ਕੇ ਉੱਥੇ ਬਚਾ ਲਿਆ ਵਾ। ਹੋਰ ਜਿਹੜੀਆਂ ਇਮਾਰਤਾਂ ਵਾ ਉਹ ਵੀ ਇਹਨਾਂ ਢਾਤੀਆਂ। ਪਰ ਅਸੀਂ ਇਹ ਗੱਲ ਚਾਹੁੰਦੇ ਆ ਵੀ ਜਿਹੜੀ ਨਵੀਂ ਸਾਡੀ ਬੱਚੇ ਆ ਗਾਂ, ਉਹਨਾਂ ਦਾ ਪਤਾ, ਉਹਨਾਂ ਨੂੰ ਚੇਤਾ ਰਵੇ ਜਾਂ ਉਹਨਾਂ ਨੂੰ ਪਤਾ ਰਵੇ ਵੀ ਸਾਡੇ ਵੱਡ ਵਡੇਰੇ ਕਿੱਥੇ ਰਹੇ ਆ। ਉਹ ਜਿਹੜੀਆਂ ਚੀਜ਼ਾਂ ਸਾਡੀਆਂ ਬਾਹਰ ਉਦਾਂ ਹੀ ਰਹਿਣੀਆਂ ਚਾਹੀਦੀਆਂ, ਉਹਨਾਂ ਨੂੰ ਉਦਾਂ ਹੀ ਰਿਪੇਅਰ ਕੀਤਾ ਜਾਏ, ਚਾਹੇ ਕਿ ਜਿੰਨਾ ਮਰਜ਼ੀ ਪੈਸਾ ਲੱਗ ਜੇ, ਉਹ ਕੋਈ ਗੱਲ ਨਹੀਂ। ਜਿਹੜਾ ਡਿਊਡਿੰਗ ਦੇ ਨਾਲ ਢਾਹ ਦਿੱਤਾ, ਉਸ ਦੀ ਮੁਰੰਮਤ ਦੀ ਗੱਲ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਫਿਰ ਸਵਾਲ ਉਹੀ ਦੁਹਰਾ ਰਿਹਾ ਕਿ ਕੀ ਉਹ ਪਹਿਲੇ ਉਹ ਸਾਰੇ ਰੂਪ ਦੇ ਵਿੱਚ ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ? ਕਿਉਂਕਿ ਜਿਵੇਂ
ਪਹਿਲਾਂ ਤੁਸੀਂ ਕਿਹਾ ਕਿ 2 ਸਾਲ ਤੋਂ ਇਮਾਰਤ ਜਿਹੜੀ ਆ ਉਹ ਸਾਡਾ ਮੂੰਹ ਚੜਾ ਰਹੀ ਆ, ਜਿਹੜੇ ਉਸ ਤੇ ਥੋੜੇ ਵੱਜੇ ਸਨ ਉਹ ਜਿਉਂਦੇ ਤਿਉਂ ਆ, ਨਿਸ਼ਾਨ ਉਦਾਂ ਹੀ। ਤੇ ਇਹਦੇ ਬਾਰੇ ਤੁਹਾਡੀ ਫਿਰ ਕਦੇ ਅਪਰੋਚ ਹੋਈ ਐਸਸੀਪੀਸੀ ਨਾਲ, ਜਾਂ ਕੋਈ ਕਾਰ ਸੇਵਾ ਵਾਲੇ ਬਾਬਿਆਂ ਨਾਲ ਕੋਈ ਗੱਲਬਾਤ ਹੋਈ ਹੋਵੇ ਕਿ ਇਸ ਨੂੰ ਦੁਬਾਰਾ ਅਸੀਂ ਬਣਾ ਦਿੰਨੇ ਆ ਜੀ, ਤੁਸੀਂ ਆਪਣਾ ਵਿਰੋਧ ਛੱਡ ਦਿਓ, ਕੁਝ ਇਹੋ ਜਿਹੀਆਂ ਗੱਲਾਂ? ਜੇ ਅਸੀਂ ਬਾਬਿਆਂ ਵੱਲ ਜਾਂਦੇ ਆ, ਬਾਬੇ ਕਹਿੰਦੇ ਆ ਇਹ ਤੇ ਐਸਜੀਪੀਸੀ ਦਾ ਕੰਮ ਆ, ਤੇ ਜੇ ਐਸਜੀਪੀਸੀ ਨਾਲ ਗੱਲ ਕਰਦੇ ਆ ਤੇ ਉਹ ਕਹਿੰਦੇ ਆ ਵੀ ਹੁਣ ਅਸੀਂ ਕਰਾਂਗੇ। ਉਹ ਆਪਦੇ ਤਰੀਕੇ ਨਾਲ ਜਾਣ ਬੁੱਝ ਕੇ ਉੱਥੇ ਢਿੱਲੇ ਬੈਠੇ ਆ। ਢਿੱਲੇ ਪੈਣ ਪਿੱਛੇ ਮਨਸ਼ਾ ਕੀ ਲੱਗਦੀ ਹੈ? ਢਿੱਲੇ ਪੈਣ ਉਹਨਾਂ ਦੀ ਇਹੋ ਹੀ ਮਨਸ਼ਾ ਵਾ ਵੀ ਹੋਰ ਕੋਈ ਸਾਨੂੰ ਥੋੜਾ ਬਾਬਾ ਜਿਹੜਾ ਸਾਫ ਸੁਥਰਾ ਜਿਹਾ ਮਿਲ ਜੇ, ਜਿਹਦੇ ਬਾਰੇ ਲੋਕੀ ਕਿੰਤੂ ਪਰੰਤੂ ਨਾ ਕਰਨ, ਤੇ ਅਸੀਂ ਉਹਦੇ ਕੋਲੋਂ ਇਹ ਕਰਵਾ ਲਈਏ। ਪਰ ਇਹ ਸੰਗਤ ਉਹਦੇ ਕੋਲੋਂ ਕੀ ਕਰਵਾ ਲਈਏ? ਢਵਾ ਲਈਏ ਕਿ ਜਾਂ ਬਣਵਾ ਲਈਏ? ਇਹ ਢਾਉਣ ਵਾਲੀ ਤੇ ਗੱਲ ਝੂਠੀ ਹੈ ਜੀ, ਇਹ ਢਾਉਣ ਤੇ ਦੇਣੀ ਨਹੀਂ। ਇਹ ਵੇਖੋ ਅਸੀਂ ਤੇ ਜਿਹੜੀਆਂ ਨਾ ਜਿੰਨੀਆਂ ਵੀ ਸਾਡੇ ਪ੍ਰੰਤਨ ਗੁਰਦੁਆਰੇ ਜੋ ਇਹਨਾਂ ਕਰਤਾ ਜਿਹੜੀ ਅੱਗੋਂ ਤੋਂ ਕੋਈ ਜਾਣੇ, ਜਿੰਨੇ ਵੀ ਸਾਡੇ ਜਿੱਦਾਂ ਇਹ ਦਰਸ਼ਨੀ ਡੇੜੀ ਆ, ਇਹ ਵੀ ਇਸੇ ਤਰੀਕੇ ਦੇ ਨਾਲ ਇਹ ਬਣੂਗੀ। ਤੇ ਇਹਨੂੰ ਸਾਰੀ ਸੰਗਤ ਨੂੰ ਆਪਣੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਦੀ ਰਾਏ ਲੈ ਕੇ ਚੰਗੇ ਚੰਗੇ ਬੰਦੇ ਜਿਹੜੇ ਹੁਣ ਉੱਥੇ ਹੈਦਰਾਬਾਦ ਤੋਂ ਬੰਦੇ ਆਏ ਸੀ, ਦਰਸ਼ਨ ਡਿਊਟੀ ਦੇ ਆਏ ਸੀ, ਉਹ ਕਹਿੰਦੇ ਸਾਨੂੰ ਦਿਓ ਇਹਦਾ ਕੰਮ, ਅਸੀਂ ਤੁਹਾਨੂੰ ਇਹਦੀ 300 ਸਾਲ ਦੀ ਗਰੰਟੀ ਦਿੰਨੇ ਆ। ਪਰ ਇਹਨਾਂ ਨੇ ਗੱਲ ਕੋਈ ਨਹੀਂ ਕੀਤੀ। ਇਹ ਕਿਉਂ ਨਹੀਂ ਕੀਤੀ? ਇਹਨਾਂ ਦਾ ਨੁਕਸਾਨ ਹੁੰਦਾ, ਕਿਸੇ ਬਾਬੇ ਨੂੰ ਦੇਣਗੇ, ਉਹ ਕਰੋੜਾਂ ਰੁਪਏ ਦੇ ਵਿੱਚ ਉਹ ਦੇਣੀ ਇਹਨਾਂ ਦਰਸ਼ਨੀ ਜਿਹੜੀ। ਇਹ ਬਾਬੇ ਵੀ ਜਿਹੜੇ ਆ ਇਹ ਠੇਕੇਦਾਰ ਬਣੇ ਆ ਜੀ, ਤੇ ਇਹ ਠੇਕੇ ਦੇ ਸਾਰੇ ਇਹ ਕੰਮ ਦਿੰਦੇ ਆ। ਤੇ ਸ਼੍ਰੋਮਣੀ ਕਮੇਟੀ ਜਿਹੜਾ ਇਹਨਾਂ ਦਾ ਸਾਰਾ ਪੈਸਾ ਵਾ ਇਹ ਵੱਡਿਆਂ ਘਰਾਂ ਦੇ ਵਿੱਚ ਜਾਂਦਾ, ਬਾਦਲ ਸਾਹਿਬ ਦੇ ਘਰੇ ਸਾਰਾ ਪੈਸਾ ਜਾਂਦਾ ਵਾ। ਤੇ ਇਹ ਦੂਜੇ ਵੀ ਜਿਹੜੀ ਆ ਇਹਨਾਂ ਵੱਡੇ ਨੋਟ ਸਾਰੇ ਉਹ ਜਿੰਨੇ ਜੋ ਗਿਣਤੀ ਹੁੰਦੀ ਆ ਉਹਨਾਂ ਨੂੰ ਇੱਕ ਪਾਸੇ ਰੱਖੀ ਜਾਂਦੇ ਆ, ਉਹ ਉਹਨਾਂ ਦੇ ਘਰਾਂ ਵੱਡਿਆਂ ਘਰਾਂ ਦੇ ਵਿੱਚ ਜਾਣਾ ਹੁੰਦਾ ਵਾ। ਤੇ ਇਸ ਕਰਕੇ ਅਸੀਂ ਉਹਨੂੰ ਜਿਹੜੀ ਦਰਸ਼ਨੀ ਡੋੜੀ ਆ ਉਹਨੂੰ ਬਿਲਕੁਲ ਉਸੇ ਤਰੀਕੇ ਦੇ ਨਾਲ ਬਣਾਉਣੇ ਚਾਹੁੰਦੇ ਆ। ਤੁਸੀਂ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਦਾ। ਪ੍ਰਕਾਸ਼ ਸਿੰਘ ਬਾਦਲ ਦੀ ਕਈ ਵਾਰ ਸਟੇਟਮੈਂਟ ਆਈ ਆ ਮੀਡੀਆ ਦੇ ਵਿੱਚ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖਲ ਹੀ ਨਹੀਂ ਦਿੰਦਾ। ਕੀ ਸੋਚਦੇ ਇਹਦੇ ਬਾਰੇ? ਦੇਖੋ ਜੀ, ਦਖਲ ਜਿਹੜਾ ਵਾ ਉਹਦਾ ਦਖਲ ਜੋ ਮਰਜ਼ੀ ਉਹ ਕਹੀ ਜਾਣ, ਉਹਨਾਂ ਦੀ ਆਦਤ ਹੈ ਉਹ ਬੋਲਦੇ ਨਹੀਂ। ਪਰ ਕੰਮ ਜਿਹੜਾ ਸਾਰਾ ਉਹਨਾਂ ਦਾ ਹੀ ਆ। ਜਿੱਦਾਂ ਵੀ ਉਹ ਜਿਹਨੂੰ ਵੀ ਉਹ ਬਣਾਉਣਾ ਚਾਹਣ, ਪਹਿਲਾਂ ਲੌਂਗੋਵਾਲ ਨੂੰ ਬਣਾਇਆ ਸੀ, ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ। ਤੇ ਅੱਜ ਜਿਹੜੀ ਬੀਬੀ ਜਿਹੜੀ ਸਾਰਿਆਂ ਤੋਂ ਮਾੜੀ ਆ, ਜਿਹੜੀ ਕੁੜੀ ਮਾਰ ਆ, ਸਭ ਤੋਂ ਭਰਵੱਟੇ ਉਹ ਮੁੰਨਦੀ ਆ, ਸਾਰਾ ਕੁਝ ਕਰਦੀ ਆ, ਅੱਜ ਉਹਨੂੰ ਬਣਾਤਾ। ਮੈਂ ਤੇ ਇੱਕ ਦਿਨ ਉੱਥੇ ਬੋਲਦਿਆਂ ਬੀਬੀ ਦੇ ਬੂਹੇ ਦੇ ਗਾੜੀ ਉੱਥੇ ਅਸੀਂ ਮੋਰਚਾ ਲਾਇਆ। ਉੱਥੇ ਇੱਕ ਦਿਨ ਕਿਹਾ ਸੀ, ਮੈਂ ਕਿਹਾ ਵੀ ਹੁਣ ਇਦੋਂ ਬੀਬੀ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਬਣਾ ਦਿਓ, ਉਹ ਤੁਹਾਡੇ ਕੋਲ ਵਧੀਆ ਬੰਦਾ ਵਾ। ਇਦੋਂ ਬਾਅਦ ਬੀਬੀ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਬਣਾ ਦਿਓ, ਉਹ ਚੰਗਾ ਬੰਦਾ ਵਾ ਬਾਦਲ ਸਾਹਿਬ ਦੇ ਕੋਲ। ਤੇ ਇਹਨਾਂ ਦੇ ਕੋਲ ਬੰਦੇ ਹੀ ਇਹੋ ਜਿਹੇ ਆ, ਨਕੰਮੇ ਬੰਦੇ ਆ, ਜਿਨ੍ਹਾਂ ਨੇ ਬਲਾਤਕਾਰੀ ਬੰਦੇ ਆ ਭਰਵੱਟੇ ਮੁੰਨ ਜਿਹਨੇ ਇਹ ਕਤਲ ਕੀਤਾ ਆਪਦੀ ਬੇਟੀ ਦੇ ਢਿੱਡ ਦੇ ਵਿੱਚ, ਇਹ ਉਹ ਆ। ਉਹੋ ਹੀ ਇਹਨਾਂ ਨੂੰ ਇਹ ਵਾਰੀ ਬਣਾਈ ਆਉਂਦੇ ਆ। ਬਾਦਲ ਸਾਹਿਬ ਕੌਣ ਚਾਹੇ ਨਾ ਕੌਣ, ਗੱਲ ਸਾਰੀ ਉਹਨਾਂ ਦੀ ਆ। ਗੁਰਦੁਆਰਿਆਂ ਸਾਰਿਆਂ ਦੇ ਉਹਦਾ ਜਿਹੜਾ ਦਬਦਬਾ ਬਣਿਆ ਵਾ, ਤੇ ਉਹ ਜਿੰਨਾ ਚਿਰ ਇਹ ਸਾਰੀ ਸਿੱਖ ਕੌਮ ਜਾਗਰਤ ਨਾ ਹੋਈ, ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਦੂਜਿਆਂ ਲੋਕਾਂ ਦੇ ਹੱਥ ਨਾ ਆਈ, ਆਮ ਲੋਕਾਂ ਦੇ, ਉਹਨਾਂ ਚਿਰ ਇਹ ਬਦਲੀ ਨਹੀਂ ਹੋਣੀ। ਜਿੰਨਾ ਮਰਜ਼ੀ ਇਹ ਜ਼ੋਰ ਲਾ ਲੈਣ। ਇਹ ਤੇ ਹੁਣ ਗੱਲ ਇਹੋ ਹੀ ਆ ਵੀ ਸ਼੍ਰੋਮਣੀ ਕਮੇਟੀ ਆਉਣੀ ਆ, ਉਹਦੇ ਵਿੱਚ ਨਵੇਂ ਚਿਹਰੇ ਜਿਹੜੇ ਇਹਨਾਂ ਤੋਂ ਬਗੈਰ ਦੂਜੀਆਂ ਪਾਰਟੀਆਂ ਦੇ ਬਣਾ ਕੇ ਗੱਠਜੋੜ ਹੋ ਜੇ, ਜਿੱਦਾਂ ਮਰਜ਼ੀ ਚੰਗੇ ਬੰਦੇ ਆਉਣ, ਗੁਰੂ ਘਰ ਦਾ ਕੰਮ ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਚਲਾਇਆ ਜਾਵੇ। ਏਦਾਂ ਨਹੀਂ ਵੀ ਸਾਡੇ ਗੁਰੂ ਘਰ ਏਦਾਂ ਠੇਕੇ ਦੇ ਦਿਓ, ਢਵਾ ਦਿਓ, ਉੱਥੇ ਨਵੀਂ ਸਾਰੀ ਕਰਾ ਦਿਓ ਕਰੋੜਾਂ ਰੁਪਈਆਂ ਦੇ ਵਿੱਚ। ਇਹ ਨਹੀਂ ਕੰਮ ਹੋਣਾ ਚਾਹੀਦਾ ਜੀ। ਮੈਂ ਇੱਕ ਸਵਾਲ, ਜਦੋਂ ਦਰਸ਼ਨ ਡਿਊਟੀ ਢਾਈ ਜਾ ਰਹੀ ਸੀ ਤੇ ਕਹਿੰਦੇ ਆ ਕਿ ਉਹਦੇ ਨੌਜਵਾਨ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੇ ਜਥੇ ਵੱਲੋਂ ਲਿਆਂਦੇ ਗਏ, ਉਹਨਾਂ ਨੂੰ ਇਹ ਕਿਹਾ ਗਿਆ ਕਿ ਆਓ ਆਪਾਂ ਕਾਰ ਸੇਵਾ ਤੇ ਚੱਲਦੇ ਆ ਤੇ ਤੁਹਾਡੇ ਕੋਲੋਂ ਸੇਵਾ ਕਰਵਾਉਣੀ ਆ। ਪਰ ਉਹਨਾਂ ਨੂੰ ਕਹਿੰਦੇ ਕਿ ਥੋੜੇ ਫੜਾ ਕੇ ਤੇ ਗੁਰੂ ਕੀ ਜਿਹੜੀ ਵਿਰਾਸਤ ਆ ਉਸ ਨੂੰ ਢਾਉਣ ਵਾਲੇ ਪਾਸੇ ਤੇ ਲਾ ਦਿੱਤਾ ਗਿਆ, ਜਿਸ ਦੀ ਬਹੁਤ ਤਿੱਖੇ ਰੂਪ ਦੇ ਵਿੱਚ ਨੁਕਤਾਚੀਨੀ ਹੋਈ। ਤੇ ਉਸ ਨੁਕਤਾਚੀਨੀ ਦਾ ਸਾਹਮਣਾ ਸ਼੍ਰੋਮਣੀ ਕਮੇਟੀ ਨੂੰ ਵੀ ਨਾਲ ਹੀ ਕਰਨਾ ਪਿਆ। ਤੁਹਾਡਾ ਉਹਨਾਂ ਜਵਾਨਾਂ ਨਾਲ ਕੋਈ ਮੇਲ ਮਿਲਾਪ ਨਹੀਂ ਹੋਇਆ ਜਿਨ੍ਹਾਂ ਦੇ ਹੱਥਾਂ 'ਚ ਥੋੜੇ ਸਨ, ਕਿਤੇ ਉੱਥੇ ਟੱਕਰੀ ਗਏ ਹੁਣ ਬਾਅਦ 'ਚ? ਹਾਂਜੀ, ਉਹ ਨੌਜਵਾਨ ਵੇਖੋ ਵਿੱਚੋਂ ਕੁਛ ਜਿਹੜੇ ਆ ਹਰੀਕਿਆਂ ਦੇ ਨਾਲ ਪਿੰਡ ਆ ਕੋਟ ਬੁੱਢਾ, ਉਹ ਕੋਟ ਬੁੱਢੇ ਦੇ ਨੌਜਵਾਨ ਉੱਥੋਂ ਇਹਨੇ ਬਾਬਾ ਜੀ ਨੇ ਲਿਆਂਦੇ। ਉਹ ਸਾਡੇ ਕੋਲੋਂ ਵੀ ਮਾਫੀਆਂ ਮੰਗਦੇ ਸੀ। ਅੱਛਾ। ਅਸੀਂ ਆਖਿਆ ਵੀ ਸਾਡੇ ਕੋਲੋਂ ਮਾਫੀਆਂ ਨਾ ਮੰਗੋ,
ਗੁਰੂ ਪਾਤਸ਼ਾਹ ਦੇ ਕੋਲੋਂ ਜਾ ਕੇ ਮਾਫੀ ਮੰਗੋ। ਉਹ ਕਹਿੰਦੇ ਵੀ ਸਾਨੂੰ ਤੇ ਇਹ ਹੋਰ ਕੰਮ ਨੂੰ ਲਿਆਏ ਤੇ ਆਉਂਦਿਆਂ ਸਾਨੂੰ ਚੜਾਤਾ ਉੱਤੇ ਚੜ ਜਾਓ ਦਰਸ਼ਨੀ ਡੇੜੀ ਤੇ ਸਾਡੇ ਕੋਲ ਇਹਨਾਂ ਢਵਾਤੀ ਆ ਤੇ ਪਰ ਸਾਨੂੰ ਇਹ ਦੱਸਿਆ ਨਹੀਂ। ਆਂਦੇ ਆਪਾਂ ਕੰਮ ਕਰਨਾ ਇਹ ਨਹੀਂ ਦੱਸਿਆ ਵੀ ਆਪਾਂ ਦਰਸ਼ਨੀ ਡੇੜੀ ਜਿਹੜੀ ਕਤਲ ਕਰਨੀ ਆ। ਇਹ ਗੱਲ ਦਾ ਉਹਨਾਂ ਕੋਲੋਂ ਉਹਲਾ ਰੱਖਿਆ। ਉਹਨਾਂ ਵੱਲੋਂ ਵਿੱਚੋਂ ਕਈਆਂ ਬੱਚਿਆਂ ਨੇ ਜਾ ਕੇ ਮਹਾਰਾਜ ਦੇ ਪ੍ਰਸ਼ਾਦ ਕਰਾਇਆ ਵੀ ਸਾਨੂੰ ਤੇ ਇਹ ਲੈ ਗਏ ਆ, ਅਰਦਾਸ ਕੀਤੀ ਵੀ ਮਹਾਰਾਜ ਸਾਨੂੰ ਬਖਸ਼ ਲਈ ਤੇ ਪਰ ਇਹਨਾਂ ਨੇ ਉਹਨਾਂ ਨੂੰ ਝੂਠ ਮਾਰ ਕੇ ਲਿਆਂਦਾ ਸਾਰਿਆਂ ਨੂੰ। ਇਹ ਇੱਕ ਬਹੁਤ ਵੱਡਾ ਖੁਲਾਸਾ ਸਰਦਾਰ ਕਰਮ ਸਿੰਘ ਭੁਈਆਂ ਨੇ ਸਾਡੇ ਤੱਕ ਕੀਤਾ ਕਿ ਜਿਨ੍ਹਾਂ ਨੌਜਵਾਨਾਂ ਦੇ ਹੱਥਾਂ 'ਚ ਸਿੱਖ ਨੌਜਵਾਨ ਨੇ ਸਾਡੇ ਆਪਣੇ ਹੀ ਸਨ, ਜਿਨ੍ਹਾਂ ਦੇ ਹੱਥ ਵਿੱਚ ਥੋੜੇ ਫੜਾ ਕੇ ਉਹਨਾਂ ਕੋਲੋਂ ਵਿਰਾਸਤ ਢਵਾਈ ਜਾ ਰਹੀ ਸੀ, ਸਦੀਆਂ ਪੁਰਾਣੀ ਸਿੱਖਾਂ ਦੀ ਵਿਰਾਸਤ ਢਵਾਈ ਜਾ ਰਹੀ ਸੀ, ਉਹਨਾਂ ਨੇ ਪਛਤਾਪ ਕਿਤਾ ਕੀਤਾ। ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਅਸਥਾਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਉਹਨਾਂ ਨੇ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਪਛਤਾਪ ਕੀਤਾ ਕਿ ਸਾਥੋਂ ਗਲਤੀ ਹੋ ਰਹੀ ਸੀ। ਸੋ ਇਹ ਜਿਹੜੀ ਗੱਲਬਾਤ ਆ, ਅਸੀਂ ਸਰਦਾਰ ਕਰਮ ਸਿੰਘ ਭੁਈਆਂ ਦੇ ਨਾਲ ਤਕਰੀਬਨ ਗੱਲ ਨੂੰ ਨਿਬੇੜਨ ਹੀ ਲੱਗੇ ਆ ਕਿ ਹੋਰ ਇਸ ਤੋਂ ਇਲਾਵਾ ਥੋੜਾ ਜਿਹਾ ਇਹ ਦੱਸ ਦਿਓ ਕਿ ਉਹ ਜਿਹੜੀ ਦਰਸ਼ਨੀ ਡਿਊਟੀ ਢਾਹ ਕੇ ਉੱਥੇ ਕਾਰ ਸੇਵਾ ਵਾਲੇ ਜਾਂ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਰਨਾ ਕੀ ਸੀ? ਉਹ ਇਹਨਾਂ ਨੇ ਢਾਹ ਕੇ ਜਿੰਨੀਆਂ ਅੱਗੇ ਸਾਰੀ ਜਗ੍ਹਾ ਪਈ ਆ, ਸ਼੍ਰੋਮਣੀ ਕਮੇਟੀ ਦੇ ਕੋਲ ਗੁਰੂ ਘਰ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਜਗ੍ਹਾ ਪਈ ਆ, ਦੁਕਾਨਾਂ ਵੀ ਬਹੁਤ ਪਈਆਂ, ਪਰ ਇਹ ਜਿਹੜੀ ਆ ਇਹਨਾਂ ਦਾ ਢਿੱਡ ਨਹੀਂ ਭਰਦਾ। ਉੱਥੇ ਇਹਨਾਂ ਦਾ ਇਹ ਪ੍ਰੋਗਰਾਮ ਇਹਨਾਂ ਬਣਾਇਆ ਸੀ 20 ਸਾਲ ਵਾਸਤੇ, ਇਹਨਾਂ ਦੀ ਇਹ ਗੱਲ ਚੱਲਦੀ ਸੀ 20 ਸਾਲ ਵਾਸਤੇ। ਉਹ ਜਿਹੜੀ ਉੱਥੇ ਟੋਕਰੀ ਇਹਨਾਂ ਨੇ ਰੱਖਣੀ ਸੀ ਤੇ ਇਹ ਦਰਸ਼ਨੀ ਜਿਹੜੀ ਤੇ ਬਹੁਤ ਕੱਛੂ ਕੁੰਮੇ ਦੀ ਚਾਲ ਦੇ ਨਾਲ ਇਹ ਬਣਨੀ ਸੀ, ਪਰ 20 ਸਾਲ ਉਸ ਦਰਸ਼ਨੀ ਜਿਹੜੀ ਦੀ ਇਹਨਾਂ ਕਮਾਈ ਕਰਨੀ ਸੀ। ਇਹ ਜਿਸ ਤਰ੍ਹਾਂ ਕਰਦੇ ਆ, ਇਹਨਾਂ ਦਾ ਇੱਕ ਕੋਈ ਇਹਨਾਂ ਦੀ ਗੱਲ ਨਹੀਂ ਹੈਗੀ। ਮਨਸਾ ਇਹਨਾਂ ਦਾ ਇੱਕ ਹੀ ਇੱਕ ਜਿਹੜਾ ਉਹ ਮਾਇਆ ਦੇ ਨਾਲ ਆ। ਉਹਨਾਂ ਨੇ ਵੀ ਮਾਇਆ ਲੈਣੀ ਆ ਇਹਨਾਂ ਦੇ ਕੋਲੋਂ, ਬਾਬਿਆਂ ਦੇ ਕੋਲੋਂ, ਤੇ ਇਹਨਾਂ ਬਾਬਿਆਂ ਨੂੰ ਕਾਰ ਸੇਵਾ ਉਹਨਾਂ ਨੇ ਦੇਣੀ ਆ। ਹੋਰ ਕੋਈ ਜਿਹੜਾ ਸੰਤ ਕੋਈ ਮਹਾਂਪੁਰਸ਼ ਆ ਚੰਗਾ, ਉਹ ਤੇ ਇਹੋ ਜੀ ਸੋਚ ਨਹੀਂ ਰੱਖਦਾ। ਮੈਂ ਇੱਕ ਵਾਰ ਬਾਬੇ ਤਾਰਾ ਸਿੰਘ ਦੀ ਗੱਲ ਆ ਗਈ, ਬਾਬੇ ਤਾਰਾ ਸਿੰਘ ਨੇ ਚੋਲੇ ਸਾਹਿਬ ਗੱਲ ਕੀਤੀ, ਉਹਨੂੰ ਆਂਦੇ ਜੀ ਆ ਢਾਉਣਾ ਵਾ ਕੁਛ। ਉਹ ਕਹਿੰਦਾ ਮੈਂ ਢਾਉਣਾ ਨਹੀਂ, ਮੈਂ ਤੇ ਬਣਾਉਂਗਾ, ਮੈਂ ਪੁਰਾਤਨ ਚੀਜ਼ ਨਹੀਂ ਢਾਉਣੀ। ਇਹ ਹੁਣ ਅਸੀਂ ਵੀ ਇਹ ਗੱਲ ਤੇ ਰੱਖਦੇ ਆ ਵੀ ਇਹ ਜਿਹੜੀ ਹੈਗੀ ਆ ਦਰਸ਼ਨੀ ਜਿਹੜੀ ਇਸੇ ਤਰ੍ਹਾਂ ਬਣਨੀ ਚਾਹੀਦੀ ਆ, ਨਾ ਕਿ ਇਹਨਾਂ ਲਟੇਰਿਆਂ ਨੂੰ ਸਾਰੀਆਂ ਦੁਕਾਨਾਂ ਦਿੱਤੀਆਂ ਜਾਣ। ਜੇ ਦੁਕਾਨਾਂ ਦੇਣੀਆਂ, ਗਰੀਬ ਬੱਚੇ ਸਾਡੇ ਸਿੱਖ ਸਾਰੇ ਧੱਕੇ ਮੁੰਡੇ ਖਾਂਦੇ ਫਿਰਦੇ ਆ, ਉਹਨਾਂ ਨੂੰ ਦਿੱਤੀਆਂ ਜਾਣ, ਉਹ ਕੋਈ ਆਪਦਾ ਕਾਰੋਬਾਰ ਖੋਲਣ। ਪਰ ਨਹੀਂ, ਇਹਦੇ ਸਾਰਾ ਕੁਝ ਇਹ ਉਲਟ ਚੱਲਣ ਡਿਆ ਜੀ। ਸੋ ਇਹ ਜਿਹੜੀ ਗੱਲਬਾਤ ਆ ਆਪਾਂ ਕੀਤੀ, ਦਰਸ਼ਨ ਡਿਊੜੀ ਨੂੰ ਅਧੂਰੇ ਰੂਪ 'ਚ ਢਾਇਆ ਜਿਹੜਾ ਗਿਆ, ਉਹ 2 ਸਾਲ ਲੰਘ ਚੁੱਕੇ ਆ। ਇਹਨਾਂ ਨੇ ਆਪਣੇ ਜ਼ੁਬਾਨੀ ਸਰਦਾਰ ਕਰਮ ਸਿੰਘ ਹੁਣਾਂ ਨੇ ਵੀ ਦੱਸਿਆ ਕਿ ਉਹ ਜਿਹੜੀ ਡਿਊੜੀ ਆ ਉਸ ਨੂੰ ਮੁਕੰਮਲ ਕੀਤੇ ਜਾਣਾ ਚਾਹੀਦਾ। ਤੇ ਸ਼੍ਰੋਮਣੀ ਕਮੇਟੀ ਜਾਂ ਜਿਹੜੇ ਕਾਰ ਸੇਵਾ ਵਾਲੇ ਬਾਬੇ ਆ, ਜਦੋਂ ਇਹਨਾਂ ਇਮਾਰਤਾਂ ਦੀ ਸਾਂਭ ਸੰਭਾਲ ਦੀ ਗੱਲ ਆਉਂਦੀ ਆ ਤੇ ਪੁਰਾਤਨ ਜਿਹੜੀਆਂ ਨੇ ਇਮਾਰਤਾਂ ਉਹਨਾਂ ਨੂੰ ਬਿਲਕੁਲ ਸਾਂਭ ਕੇ ਰੱਖਣ ਦੀ ਲੋੜ ਆ। ਬੇਸ਼ੱਕ ਇਹਨਾਂ ਨੇ ਵੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਤੀ ਰੂਪ ਦੇ ਵਿੱਚ ਇਹ ਭਰੋਸਾ ਵੀ ਦਿੱਤਾ ਇੱਕ ਮਤੇ ਦੇ ਰੂਪ ਦੇ ਵਿੱਚ ਕਿ ਕੋਈ ਵੀ ਜਿਹੜੀਆਂ ਅਜਿਹੀਆਂ ਵਿਰਾਸਤੀ ਚੀਜ਼ਾਂ ਨੇ, ਚਾਹੇ ਰੁੱਖ ਕਿਉਂ ਨਾ ਹੋਣ, ਇਮਾਰਤਾਂ ਨੇ, ਉਹ ਬਿਨਾਂ ਕਿਸੇ ਪ੍ਰਵਾਨਗੀ ਤੋਂ ਢਾਈਆਂ ਨਾ ਜਾਣ। ਪਰ ਅਜਿਹਾ ਫਿਰ ਵੀ ਹੋ ਜਾਂਦਾ ਕਿਉਂਕਿ ਉਸੇ ਸ਼੍ਰੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਸੀ ਜੀ, ਤੇ ਉਸੇ ਕਮੇਟੀ ਵੱਲੋਂ ਦੁਬਾਰਾ ਮਤਾ ਵੀ ਪਾਇਆ ਜਾਂਦਾ। ਹਾਂਜੀ, ਮੈਂ ਇੱਕ ਆਖਰ ਦੇ ਵਿੱਚ ਤੁਹਾਡੇ ਕੋਲੋਂ ਇੱਕ ਲਿੰਕ ਪੁੱਛਣਾ ਚਾਹੁੰਦਾ ਜੀ। ਸ਼੍ਰੋਮਣੀ ਕਮੇਟੀ ਤੇ ਇੱਕ ਸੰਸਥਾ ਵਾ, ਪੁਰਾਣੀ ਸੰਸਥਾ, 100 ਸਾਲ ਪੁਰਾਣੀ ਸੰਸਥਾ ਵਾ, ਤੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਆ ਇਹ ਵੀ ਦਹਾਕਿਆਂ ਪੁਰਾਣੇ ਜੀ, ਬੜੇ ਬੜੇ ਮਹਾਂਪੁਰਖ ਵੀ ਇਹਨਾਂ 'ਚ ਹੋਏ ਆ ਜੀ। ਜਦੋਂ ਸਿੱਖ ਸੰਘਰਸ਼ ਦਾ ਦੌਰ ਸੀ ਤਾਂ ਸਾਡੇ ਜਿਹੜੇ ਕੌਮ ਦੇ ਯੋਧੇ ਸਨ, ਉਹ ਵੇਲੇ ਕਵੇਲੇ ਰਾਤਾਂ ਤੇ ਇਹਨਾਂ ਦਾ ਢਾਰਸ ਵੀ ਇਹ ਕਾਰ ਸੇਵਾ ਵਾਲੇ ਬਣਦੇ ਰਹੇ ਜੀ। ਬਹੁਤ ਸੋਹਣੇ ਸੁੰਦਰ ਗੁਰਦੁਆਰਾ ਸਾਹਿਬ ਵੀ ਉਸਾਰੇ ਆ, ਜਿੱਥੇ ਅਸੀਂ ਨੁਕਤਾਚੀਨੀ ਕਰ ਰਹੇ ਹਾਂ। ਕੁਛ ਹੋਰ ਵੀ ਚੀਜ਼ਾਂ ਹੋਂਦ 'ਚ ਵੀ ਆਈਆਂ ਜਿਹਦੇ ਤੋਂ ਲੋਕਾਂ ਨੂੰ ਸੁੱਖ ਹੁੰਦਾ। ਆਪਾਂ ਇਕੱਲਾ ਇਹ ਨਹੀਂਗਾ ਕਿ ਕਾਰ ਸੇਵਾ ਦੀ ਇਕੱਲੀ ਨੁਕਤਾਚੀਨੀ ਰੂਪ ਦੇ ਵਿੱਚ ਹੀ ਆ ਰਹੇ ਹਾਂ, ਜਿੱਥੇ ਨੁਕਤਾਚੀਨੀ ਬਣਦੀ ਆ ਉਹ ਜ਼ਰੂਰ ਕਰਨੀ ਵੀ ਚਾਹੀਦੀ, ਤੁਸੀਂ ਖੁੱਲ੍ਹ ਕੇ ਕੀਤੀ ਵੀ ਆ। ਮੈਨੂੰ ਖੇਤਰੀ ਤੌਰ ਤੇ ਸਿਆਸਤ ਦੇ ਵਿੱਚ ਦੱਸੋ ਕਿ ਤੁਸੀਂ ਉਹਨਾਂ ਨਾਵਾਂ ਦਾ ਦੋਹਰੇ ਜ਼ਿਕਰ ਕਰ ਦਿਓ ਚੰਗੀ ਤਰ੍ਹਾਂ ਜਿਹੜੇ ਬੰਦੇ ਇਸ ਤਰੀਕੇ ਦੇ ਵਿੱਚ ਅਗਵਾਈ ਦੇ ਰੂਪ ਦੇ ਵਿੱਚ ਇਸ ਨੂੰ ਢਵਾਉਣ ਦੇ ਵਿੱਚ ਸ਼ਾਮਲ ਸਨ। ਇਹ ਜਿਹੜੀ ਸਾਡੀ ਗੱਲਬਾਤ ਆ, ਹੋ ਸਕਦਾ ਆਉਣ ਵਾਲੇ ਕਈ ਦਹਾਕਿਆਂ ਤੱਕ ਲੋਕ ਦੁਬਾਰਾ ਵੇਖਣ ਤੇ ਉਹ ਜਿਹੜੇ ਨਾਮ ਨੇ, ਜਿਹੜੇ ਇਸ ਚੀਜ਼ ਦੇ ਦੋਸ਼ੀ ਨਾਮ ਨੇ, ਜਿਨ੍ਹਾਂ ਦਾ ਇਸ ਨੂੰ ਢਵਾਉਣ ਦੇ ਰੂਪ ਦੇ ਵਿੱਚ ਭੂਮਿਕਾ ਰਹੀ ਆ। ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੀ ਗਵਾਹੀ ਸੀ, ਉਹਨਾਂ ਦੀ ਇਹ ਗਲਤੀ ਹੈ ਇਸ ਨੂੰ ਢਾਉਣ ਵਾਲੇ ਪਾਸੇ ਤੁਰਨਾ, ਸਾਰੇ ਜਾਣਦੇ। ਹੋਰ ਨਾਮ ਕਿਹੜੇ ਕਿਹੜੇ ਇਹਦੇ ਵਿੱਚ? ਗੁਰਬਚਨ ਸਿੰਘ ਕਰਮੂ ਵਾਲਾ ਸ਼੍ਰੋਮਣੀ ਅੰਤਰੰਗ ਕਮੇਟੀ ਦਾ ਉਹ ਮੈਂਬਰ ਆ, ਉਸ ਵੇਲੇ ਦੇ ਮੈਂਬਰ ਸਨ ਜੀ।
ਤਤਕਾਲੀ। ਹਾਂਜੀ ਤੇ ਪੱਟੀ ਵਾਲਾ ਜਿਹੜਾ ਭਾਟੀਆ ਵਾ ਮੈਂਬਰ ਉਹ ਵੀ ਨਾਲ ਆ। ਭਾਟੀਆ ਦਾ ਪੂਰਾ ਨਾਮ ਕੀ ਆ? ਉਹਦਾ ਪੂਰਾ ਨਾਮ ਮੈਨੂੰ ਥੋੜਾ ਜਿਹਾ ਵਿਸਰ ਗਿਆ ਮੈਂ। ਚਲੋ ਖੈਰ, ਉਹ ਆਪਣਾ ਪੱਟੀ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਨੇ, ਉਹ ਸ਼੍ਰੋਮਣੀ ਕਮੇਟੀ ਮੈਂਬਰ ਆ ਜੀ। ਉਹਦੇ ਨਾਲ ਜਿਹੜਾ ਆਪਣਾ ਮੈਨੇਜਰ ਸਾਹਿਬ ਹੈ ਜਿਹੜਾ ਉਸ ਮੌਕੇ ਤੇ ਸੀ, ਹੁਣ ਉਹ ਮੈਨੇਜਰ ਵੀ ਬਦਲਿਆ ਵਾ। ਉਹਨਾਂ ਦਾ ਨਾਮ ਕੋਈ? ਉਹਨਾਂ ਦਾ ਨਾਮ ਵੀ ਮੇਰੇ ਕੋਲ ਵਿਸਰਿਆ ਵਾ। ਚਲੋ ਖੈਰ, ਤਿੰਨ ਇਹ ਹੋ ਗਏ। ਇਹ ਤਿੰਨ ਇਹ ਆ ਤੇ ਇਹਦੇ ਬਾਕੀ ਇਹਦੇ ਪਿੱਛੇ ਵੇਖੋ ਸਾਰੀ ਜਿਹੜੀ ਸਿਆਸਤ ਆ ਇਹ ਅਸਲ ਪ੍ਰਧਾਨ ਤੋਂ ਚੱਲਦੀ ਆ, ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਉਸ ਵੇਲੇ ਦੇ ਗੋਬਿੰਦ ਸਿੰਘ ਲੌਂਗੋਵਾਲ ਜੀ। ਇਹਨਾਂ ਨੂੰ ਇਹ ਕੰਮ ਚਾਹੀਦਾ ਵਾ, ਜੇ ਇਹਨਾਂ ਨੇ ਕੁਝ ਸਾਡੇ ਵਾਸਤੇ ਕਰਨਾ ਵਾ, ਇਹ ਬਲਾਕ ਪੱਧਰ ਵਾਸਤੇ, ਬਲਾਕ ਪੱਧਰ ਤੇ ਸਾਡੇ ਪਿੰਡਾਂ ਦੇ ਵਿੱਚ ਕੋਈ ਸਾਡੇ ਸਕੂਲ, ਕੋਈ ਬੱਚਿਆਂ ਦੇ ਸਕੂਲ। ਆਪਣੀ ਗੱਲ ਹੋਰ ਪਾਸੇ ਜਾ ਰਹੀ ਹੈ। ਮੈਂ ਤਿੰਨ ਜਿਹੜੇ ਨਾਮ ਤੁਸੀਂ ਜ਼ਿਕਰ ਕੀਤਾ ਜੀ, ਮੈਨੇਜਰ ਉਸ ਵੇਲੇ ਦੇ ਦਰਬਾਰ ਸਾਹਿਬ ਤਰਨਤਾਰਨ ਦੇ, ਤੇ ਭਾਟੀਆ ਜਿਹੜੇ ਮੈਂਬਰ ਸ਼੍ਰੋਮਣੀ ਕਮੇਟੀ, ਹਾਂ ਗੁਰਬਚਨ ਸਿੰਘ ਕਰਮੂਵਾਲਾ, ਤੀਸਰੇ ਗੁਰਬਚਨ ਸਿੰਘ ਕਰਮੂਵਾਲਾ ਅੰਤਰੰਗ ਕਮੇਟੀ ਮੈਂਬਰ। ਸ਼੍ਰੋਮਣੀ ਕਮੇਟੀ ਦਾ ਮੈਨੇਜਰ ਆ ਉਹ ਤਾਂ ਜੋ ਪ੍ਰਧਾਨ ਦਾ ਹੁਕਮ ਆਇਆ ਉਹ ਤਾਂ ਉਹਦੇ ਮਤਹਿਤ ਆ, ਉਹਦੀ ਆਪਾਂ ਗੱਲ ਛੱਡੀਏ ਜੀ। ਇਹ ਜਦੋਂ ਆਗੂਆਂ ਦੀ ਗੱਲ ਕੀਤੀ ਆ ਤੁਸੀਂ ਮੈਂਬਰ ਸ਼੍ਰੋਮਣੀ ਕਮੇਟੀਆਂ ਦੀ, ਇਹਨਾਂ ਦਾ ਕੀ ਨਿੱਜੀ ਮਫਾਦ ਹੋਊਗਾ, ਕੀ ਗੱਲ ਹੋਊਗੀ ਜਿਹੜਾ ਇਹ ਇਸ ਢਾਉਣ ਵਾਲੇ ਪਾਸੇ ਤੁਸੀਂ ਤੁਹਾਡੇ ਕਹਿਣ ਮੁਤਾਬਕ ਕਿ ਇਹ ਉਹ ਸਹਿਯੋਗ ਕਰ ਰਹੇ ਸਨ, ਤੁਹਾਨੂੰ ਕੀ ਲੱਗਦਾ? ਵੇਖੋ ਇਹਨਾਂ ਦਾ ਜਿਹੜਾ ਮਫਾਦ ਆ ਨਾ, ਮੇਨ ਮਕਸਦ ਤੇ ਇਹਨਾਂ ਦਾ ਪੈਸਿਆਂ ਵਾਲਾ। ਤੁਸੀਂ ਉਹ ਦਰਸ਼ਨੀ ਟੋੜੀ ਨੂੰ ਛੱਡ ਕੇ ਚੋਲੇ ਸਾਹਿਬ ਆਪਾਂ ਆ ਜਾਈਏ। ਚੋਲੇ ਸਾਹਿਬ 2-250 ਦੁਕਾਨ ਆ। ਉਹ ਦੁਕਾਨ ਜਿਹੜੀ ਆ ਉਹ 1,70,000 ਰੁਪਈਆ ਉਹਦਾ ਮੁੱਲ ਰੱਖਿਆ ਗਿਆ, ਜਿੱਥੇ ਉਹ 7 ਤੋਂ 10 ਲੱਖ ਦੇ ਵਿੱਚ ਦਿੰਦੇ ਰਹੇ। ਜਿਹੜਾ ਉਹਦਾ ਸਹੀ ਆ 1,70,000 ਰੁਪਈਆ ਰੇਟ ਰੱਖਿਆ, ਪਰ ਉਹ ਦਿੱਤੀ ਲੋਕਾਂ ਤੋਂ, ਜਿਹੜੇ ਬਾਕੀ ਗੁਪਤ ਪੈਸੇ ਲਿਆ ਉਹ ਸਾਰੇ ਇਹਨਾਂ ਦੇ ਢਿੱਡਾਂ ਦੇ ਵਿੱਚ ਹੀ ਪਏ ਆ। ਤੁਹਾਡੇ ਕੋਲ ਇਸ ਗੱਲ ਦਾ ਕੀ ਪ੍ਰੂਫ ਹੈ? ਮੇਰੇ ਕੋਲ ਪ੍ਰੂਫ, ਮੈਂ ਉੱਥੇ ਜਾ ਕੇ ਆਇਆ, ਮੈਂ ਉੱਥੇ ਫਿਰ ਮੋਰਚਾ ਲਾਉਣ ਲੱਗਾ ਸੀ। ਉੱਥੇ ਫਿਰ ਦੂਜੇ ਬੰਦੇ ਆ ਕੇ ਬਹਿ ਗਏ, ਨਹੀਂ ਤੇ ਮੈਂ ਉਹ ਇਸ ਗੱਲ ਤੇ ਵੀ ਉੱਥੇ ਜਾ ਕੇ ਮੋਰਚਾ ਲਾ ਦੇਣਾ ਸੀ। ਨਹੀਂ, ਤੁਸੀਂ ਇਸ ਗੱਲ ਨੂੰ ਹੋਰ ਪਹਿਲਾਂ ਲੋਕਾਂ 'ਚ ਰੱਖਿਆ? ਮੈਂ ਰੱਖਿਆ, ਮੈਂ ਜਾ ਕੇ ਉੱਥੇ ਬਹਿਣ ਦੀ ਪੱਕੀ ਤਿਆਰੀ ਕਰ ਲਈ। ਬਾਅਦ ਦੇ ਵਿੱਚ ਉਹ ਮੈਂ ਪਿੰਡ ਵਾਲਿਆਂ ਨਾਲ ਗੱਲ ਕੀਤੀ, ਉਹ ਪਿੰਡ ਵਾਲਿਆਂ ਨੇ ਉਹਨਾਂ ਨੂੰ ਇਹੋ ਗੱਲ ਸੀ ਵੀ ਇਹ ਯਾਰ ਮਾਨ ਸਾਹਿਬ ਮਾਨ ਦਲ ਦਾ ਬੰਦਾ ਵਾ, ਆਪਾਂ ਆਪ ਬਹਿ ਜਾਈਏ। ਫਿਰ ਉਹਨਾਂ ਦੀ ਮਨਸ਼ਾ ਦਾ ਨਹੀਂ ਮੈਨੂੰ ਪਤਾ, ਪਰ ਮੈਨੂੰ ਪੱਕਾ ਸਬੂਤ ਆ, ਮੈਂ ਬੰਦਿਆਂ ਦੇ ਨਾਲ ਗੱਲ ਕੀਤੀ ਆ। ਇਹ ਆਪਾਂ ਸਬੂਤ ਲਿਖਤੀ ਵੀ ਲੈ ਸਕਦੇ ਆ। ਜੇ ਤੁਹਾਡੇ ਕੋਲ ਪ੍ਰੂਫ ਆ, ਮੈਂ ਲੈ ਸਕਦਾ। ਜੇ ਤੁਸੀਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਰੂਪ ਦੇ ਵਿੱਚ ਹਾਈ ਕੋਰਟ ਤੱਕ ਪਟੀਸ਼ਨ ਤੱਕ ਗਏ ਹੋ, ਜੇ ਤੁਹਾਨੂੰ ਇਹਦੇ 'ਚ ਕਪੜਾ ਲੱਗਦਾ ਫਿਰ ਤੁਹਾਨੂੰ ਇਹਦੇ 'ਚ ਵੀ ਜਾਣਾ ਚਾਹੀਦਾ। ਪਰ ਉਹ ਜਿਹੜੀ ਕਮੇਟੀ ਪਿੰਡ ਦੀ ਬਣ ਗਈ ਨਾ, ਉਹਦਾ ਕਰਕੇ ਉਹ ਉੱਥੇ ਬਹਿ ਗਏ ਸੀ ਤੇ ਉਹ ਮੈਨੂੰ ਆਂਦੇ ਜਥੇਦਾਰ ਜੀ ਹੁਣ ਅਸੀਂ ਪਿੰਡ ਵਾਲੇ ਬਹਿ ਗਏ, ਅਸੀਂ ਆਪ ਕੰਮ ਕਰ ਲਾਂਗੇ। ਉਹਨਾਂ ਕੀਤਾ ਕੁਝ? ਉਹਨਾਂ ਨੇ ਕੁਝ ਨਹੀਂ ਕੀਤਾ ਜੀ, ਜੇ ਕੁਝ ਨਹੀਂ ਹੋਇਆ ਉਹਨਾਂ ਕੋਲੋਂ। ਸੋ ਇਹ ਜਿਹੜੀਆਂ ਕੁਝ ਸਚਾਈਆਂ ਹੁੰਦੀਆਂ ਜਿਹੜੀਆਂ ਪਰਦੇ ਦੇ ਪਿੱਛੇ ਹੁੰਦੀਆਂ, ਅਸੀਂ ਕੁਝ ਕੁ ਝਾਕਣ ਦੀ ਕੋਸ਼ਿਸ਼ ਕੀਤੀ ਆ। ਸੋ ਗੱਲਬਾਤ ਕਾਫੀ ਕੁਝ ਹਿੱਸਿਆਂ ਤੱਕ ਹੋਈ ਆ। ਸੋ ਜਿਹੜਾ ਇੱਕ ਦੁਖਾਂਤ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ ਜਦੋਂ ਇਹ ਜਿਹੀਆਂ ਗੱਲਾਂ ਵਾਪਰਦੀਆਂ, ਕਿਉਂਕਿ ਦਰਸ਼ਨੀ ਡਿਉੜੀ ਨੂੰ ਢਾਹ ਸੁੱਟਣਾ ਇੱਕ ਗੁਨਾਹ, ਵਿਰਾਸਤੀ ਇਮਾਰਤ ਹੋਵੇ, ਸਿੱਖ ਸੰਗਤ ਦੀ ਕੋਈ ਸਲਾਹ ਹੋਵੇ ਕਿ ਅਸੀਂ ਇਸ ਨੂੰ ਪ੍ਰੀਜ਼ਰਵ ਕਿੱਦਾਂ ਕਰਨਾ। ਜੇ ਇਮਾਰਤ ਪੁਰਾਣੀ ਹੋ ਗਈ ਆ ਤਾਂ ਸੰਸਾਰ ਭਰ ਦੇ ਵਿੱਚ ਵੈਸਟ ਦੀ ਗੱਲ ਹੋਵੇ ਜਾਂ ਕਿਤੇ ਹੋਵੇ, ਪੁਰਾਣੀਆਂ ਇਮਾਰਤਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਜੀ, ਢਾਇਆ ਨਹੀਂ ਜਾਂਦਾ। ਬਿਲਕੁਲ। ਇੰਗਲੈਂਡ 'ਚ ਘਰ ਬਣੇ ਆ, ਉਹ ਕਹਿੰਦੇ ਜੀ ਬਾਹਰਲਾ ਮੱਥਾ ਆਉਂਦੇ ਦਾ ਉਦਾਂ ਹੀ ਰੱਖਣਾ, ਜਿਹੜੀ ਕੋਈ ਸਾਰੀ ਤੁਸੀਂ ਕਰਨੀ ਅੰਦਰਲੇ ਪਾਸੇ ਕਰ ਲਓ, ਬਾਹਰ ਸਾਰਾ ਕੁਝ ਉਦਾਂ ਹੀ ਰੱਖਿਆ ਜਾਂਦਾ। ਕਈ ਮੁਲਕਾਂ 'ਚ ਇਦਾਂ ਵਾਪਰਦਾ, ਪਰ ਜਿੱਥੇ ਗੱਲ ਸਾਂਭਣ ਦੀ ਹੋਵੇ, ਜੇ ਨੀਅਤ ਸਾਫ਼ ਹੋਵੇ ਤਾਂ ਚੀਜ਼ਾਂ ਬਚੀਆਂ ਰਹਿੰਦੀਆਂ। ਜੇ ਬੇਨੀਅਤ ਹੋ ਜਾਵੇ ਗੱਲ ਤਾਂ ਫਿਰ ਉੱਥੇ ਥੋੜੇ ਚੱਲ ਜਾਂਦੇ ਆ। ਥੋੜੇ ਜਦੋਂ ਚੱਲ ਜਾਣ ਫਿਰ ਇਹੋ ਜਿਹੇ ਸਿੱਖ ਜਿਹੜੇ ਆ ਜਥੇ ਦੇ ਰੂਪ ਦੇ ਵਿੱਚ 70 ਦਿਨ ਉੱਥੇ ਬਹਿੰਦੇ ਆ। ਜਲਾਲਤ ਇਹਨਾਂ ਨੂੰ ਝੱਲਣੀ ਪਈ, ਕਈ ਰੂਪ 'ਚ ਝੱਲਣੀ ਪਈ, ਪਰ ਅੱਜ ਵੀ ਉਹ ਕਹਿੰਦੇ ਆ ਕਿ ਅਸੀਂ ਇਹਨੂੰ ਢਹਿਣ ਨਹੀਂ ਦਿਆਂਗੇ। ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ। ਸੋ ਸਿੱਖ 24 ਦੇ ਵਕਤ ਤੁਸੀਂ ਵੇਖਦੇ ਰਹੋ। ਆਖਿਰ ਫਤਿਹ ਗੁਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।